करता पुरख निर्भो निर्वैर अकाल मूर्त अजूनी सैभं गुर प्रसाद। तैंडी बंदिश मैं कोई ना, डिठा तू नानक मन भाना। कोल कुम्हाई तिस मित्र विचोले, जै मिल कंत पछाना। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साकूं, तू ठाकुर ऊच भगवाना। तुमरी महिमा वर्ण ना साकूं, तू ठाकुर ऊच भगवाना। सतनाम वाहिगुरु साहिब जियो। सूही महला पंजवा, संत प्रसाद निहचल कर पाया। सर्ब सुख फिर नहीं डुलाया, संत प्रसाद निहचल कर पाया। सर्ब सुख फिर नहीं डुलाया, गुरु तिहाए हर चरण मन चीने। तांते करतै अस्थिर कीने रहा। गुण गावत अच्युत अविनाशी, तांते काटी जम की फांसी। कर कृपा लीने लड़ लाए, सदानंद नानक गुण गाए। कर कृपा लीने लड़ लाए, सदानंद नानक गुण गाए। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अजीम अपार बख्शिश है। असी मनुखी जीवन दियां ये घड़ियां माण रहे हैं। शाम का समा है, गुरुद्वारा साहब का दीवान चल रहा है रोज़ की तरह। आप टैलीविजन राही या होर डिफरेंट सोशल मीडिया के जो आउटलैट्स है उन्होंने जरिए दूर दराज घरां थावां ते बैठे गुरशब्द नाल आत्मसात हो रहे हो, ये भी वडभागता है। अजे हुणे हरि जस कीर्तन आपने सरवण किया, हुण अगलेरे समय गुरशब्द विवेचना नाल सांझ पाउणी है। जिस तरह कि असी वाकफियत रखते हैं कि 5 जून का दिन है अज, ते जून का पहला हफ्ता
1984 ਦੇ ਘੱਲੂਘਾਰੇ ਸਾਕੇ ਨੂੰ ਸਮਰਪਿਤ ਜਿੱਥੇ ਜਿੱਥੇ ਨਾਨਕ ਪ੍ਰਸਤਰਾਂ ਮੌਜੂਦ ਨੇ ਉਹ ਸ਼ਹੀਦਾਂ ਨੂੰ ਯਾਦ ਕਰਦੇ ਨੇ। ਉਸ ਸਾਕੇ ਨੂੰ ਅਹਿਸਾਸ ਵਿੱਚ ਲਿਆਉਂਦੇ ਨੇ ਜੋ ਗੈਰ ਮਨੁੱਖੀ ਵਰਤਾਰਾ, ਜੋ ਅਨਮਨੁੱਖੀ ਤਰੱਦਦ ਤੇ ਤਸ਼ੱਦਦ ਸਭ ਗੁਜ਼ਰੇ ਉਸ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਹੈ। ਸੋ ਇਸ ਗੋਚਰੇ ਗੁਰਦੁਆਰਾ ਸਾਹਿਬ ਵੱਲੋਂ ਵੀ ਖਾਸ ਕਰਕੇ ਇਹ ਆਪ ਸੰਗਤਾਂ ਨੂੰ ਇਨਫੋਰਮ ਕੀਤਾ ਜਾ ਰਿਹਾ ਹੈ ਕਿ ਜੋ ਅਖੰਡ ਪਾਠ ਸਾਹਿਬ ਰੱਖੇ ਗਏ ਸੀਗੇ ਉਹਦੇ ਕੱਲ੍ਹ ਭੋਗ ਪੈਣਗੇ ਅਰਾਊਂਡ 9:30। ਉਸ ਤੋਂ ਬਾਅਦ ਫਿਰ ਦੀਵਾਨ ਚੱਲਣਗੇ। ਦੀਵਾਨਾਂ ਦੇ ਵਿੱਚ ਖਾਸ ਤੌਰ 'ਤੇ ਕੁਝ ਸਪੀਚਿਸ ਜਿਹੜੀਆਂ ਨੇ ਉਹ ਹੋਣਗੀਆਂ। ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਪੁਸ਼ਪ ਅਰਪਿਤ ਕਰਦੇ ਹਾਂ, ਉਸ ਸਾਰੇ ਸਮੇਂ ਨੂੰ ਯਾਦ ਕਰਦੇ ਹਾਂ ਅਤੇ ਤਵਾਰੀਖ ਦੇ ਉਸ ਚੈਪਟਰ ਨੂੰ ਜੋ ਕਿ ਖੂਨ ਨਾਲ ਭਰਿਆ ਹੋਇਆ ਹੈ। ਖੂਨ ਕੇ ਸੋਹਿਲੇ ਨਾਨਕ ਗਾਵੀਐ, ਰਖਤ ਕਾ ਗੁੰਗੂ ਪਾਏ ਵੇ ਲਾਲੋ, ਜੋ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ 'ਚ ਅਸੀਂ ਪੜ੍ਹਦੇ ਹਾਂ ਕਿ ਕਦੀ ਤਵਾਰੀਖ ਇਹੋ ਜਿਹੇ ਰੰਗ ਵਿਖਾਉਂਦੀ ਹੈ ਜਿਹਦੇ 'ਚ ਸੋਹਲੇ ਸੁਹਾਗ ਗੀਤ ਖੂਨ ਨਾਲ ਭਰੇ ਹੁੰਦੇ ਨੇ, ਜਿਹਦੇ 'ਚ ਸੱਥਰਾਂ ਵਿਚਦੀਆਂ ਅਤੇ ਖਾਸ ਕਰਕੇ ਉਸ ਸਮੇਂ 'ਤੇ ਕੋਈ ਬਾਹਰੋਂ ਜਰਵਾਣਾ ਆਇਆ ਸੀ ਚੜ੍ਹ ਕੇ ਭਾਰਤੀ ਖਿੱਤੇ 'ਤੇ ਹਮਲਾਵਰ ਹੋ ਕੇ। ਗੁਰੂ ਨਾਨਕ ਸਾਹਿਬ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਕਿਹਾ ਓਏ ਬਾਬਰ ਲੋਕਾਂ ਨੂੰ ਕਿਉਂ ਕਤਲ ਕਰਦਾ ਹੈ, ਕਿਉਂ ਮਾਰਦਾ ਹੈ? ਪਰ 84 ਦੇ ਵਿੱਚ ਉਸੇ ਧਰਤੀ ਦੇ ਉੱਤੇ ਉੱਥੋਂ ਹੀ ਵੇਖਿਆ ਕਿਹੋ ਜਿਹੇ ਬਾਬਰ ਪੈਦਾ ਹੋਏ, ਜਿਨ੍ਹਾਂ ਬਾਬਰਾਂ ਨੇ ਉਸੇ ਧਰਤੀ ਦੇ ਵਸਨੀਕਾਂ ਨੂੰ, ਦੋਨਾਂ ਵਸਨੀਕਾਂ ਨੂੰ, ਜਿਨ੍ਹਾਂ ਨੇ ਉਹਨੂੰ ਆਬਾਦ ਕਰਨ ਵਾਸਤੇ, ਉਹਨੂੰ ਸਰਸ਼ਾਰ ਕਰਨ ਵਾਸਤੇ, ਉਹਨੂੰ ਉਸ ਧਰਤੀ ਨੂੰ ਉਹਦੇ ਵਿੱਚ ਰੰਗ ਭਰਨ ਵਾਸਤੇ ਆਪਣਾ ਪੂਰਾ ਦਾ ਪੂਰਾ ਜੀਵਨ ਲਾਇਆ, ਜਨਰੇਸ਼ਨਸ ਲਗਾਈਆਂ। ਉਹਨਾਂ ਨੂੰ ਕਿਵੇਂ ਖੂਨ ਦੇ ਹੱਥੋਂ ਖੂਨ ਦੇ ਹੰਝੂ ਰਵਾਏ ਉਹਨਾਂ ਨੂੰ। ਸੋ ਸਾਰੇ ਸਾਕੇ ਨੂੰ ਯਾਦ ਕਰਦਿਆਂ ਹੋਇਆਂ ਤਵਾਰੀਖ ਦੇ ਉਸ ਰੰਗ ਨੂੰ ਗੁਰਦੁਆਰਾ ਮੈਨੇਜਮੈਂਟ ਵੱਲੋਂ ਬੇਨਤੀ ਹੈ ਕਿ ਆਉਂਦੇ ਕੱਲ੍ਹ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਪਰੰਤ ਉਹ ਦੀਵਾਨ ਚੱਲਣਗੇ। ਜੋ ਅੱਜ ਸ਼ਬਦ ਦੀ ਵਿਵੇਚਨਾ ਹੈ ਅਸੀਂ ਕਰਨੀ ਹੈ, ਉਹਨੂੰ ਅਸੀਂ ਪ੍ਰਾਰੰਭ ਕਰਦੇ ਹਾਂ। ਸੂਹੀ ਰਾਗ ਦਾ ਗੁਰੂ ਅਰਜਨ ਪਾਤਸ਼ਾਹ ਦੁਆਰਾ ਉਚਰਿਤ ਕੀਤਾ ਗਿਆ ਹੀ ਇਹ ਪਾਵਨ ਬਚਨ ਹੈ। ਮਹਾਰਾਜ ਜੋ ਇਹਦੇ 'ਚ ਬਿਆਨ ਕਰਦੇ ਇਸ ਪਾਵਨ ਸ਼ਬਦ ਦੇ ਮੁੱਖ ਸੁਨੇਹੇ ਦੇ ਵਿੱਚ ਉਹ ਹੈਗਾ, ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤੈ ਅਸਥਿਰ ਕੀਨੇ। ਰਹਾ ਗੁਰੂ ਧਿਆਏ ਹਰ ਚਰਨ ਮਨ ਚੀਨੇ। ਮਨ ਵਾਲੀ ਬਾਤ ਹੈ ਗੁਰਬਾਣੀ ਦੀ। ਮੋਸਟਲੀ 99% ਬਾਣੀ ਸਾਰੀ ਮਨ ਬਾਬਤ ਹੈ, ਮਨ ਦੀ ਦੁਨੀਆ ਨੂੰ ਸਾਰੀ ਨੂੰ ਐਕਸਪਲੇਨ ਕਰ ਰਹੀ ਹੈ। ਅਤੇ ਮਨ ਹੀ ਹੈ ਜਿਹਦਾ ਸਾਧਨਾ, ਸੁਧਾਰਨਾ, ਸੋਧਨਾ ਬੜਾ ਜ਼ਰੂਰੀ ਹੈ। ਇਹਦੇ ਵਿੱਚੋਂ ਹੀ ਇਹੀ ਇੱਕ ਫੋਰਸ ਆ ਜਿਹੜੀ ਸਭ ਸਾਡੇ ਵਿਹਾਰ ਨੂੰ, ਸਾਡੇ ਕਿਰਦਾਰ ਨੂੰ, ਸਾਡੇ ਸਭ ਆਲੇ ਦੁਆਲੇ ਨੂੰ ਸ਼ੇਪ ਦੇਣ 'ਚ ਮਦਦ ਕਰਦੀ ਹੈ। ਮਨ ਸੁਧਰਿਆ ਸਭ ਸੁਧਰ ਜਾਏਗਾ, ਮਨ ਵਿਗੜਿਆ ਸਭ ਵਿਗੜ ਜਾਏਗਾ। ਇਹਨੂੰ ਗੁਰੂ ਮਹਾਰਾਜ ਦੀ ਬਾਣੀ 'ਚ ਬਾਬਾ ਕਬੀਰ ਜੀ ਨੇ ਇਸ ਤਰ੍ਹਾਂ ਹੀ ਬਿਆਨ ਕੀਤਾ ਸੀਗਾ ਕਿ ਮਨ ਹੀ ਮਨਸਿਓ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਈ। ਮਨ ਹੀ ਮਨ ਨੂੰ ਕਹਿਣ ਵਾਲਾ, ਅਤੇ ਮਨ ਵਰਗਾ ਕੋਈ ਹੋਰ ਹੈ ਵੀ ਨਹੀਂਗਾ। ਮਨ ਹੀ ਸਹੀ ਕਹਿੰਦਾ, ਮਨ ਹੀ ਗਲਤ ਕਹਿੰਦਾ। ਮਨ ਦੇ ਸਹੀ ਕਹੇ ਨੂੰ ਮਨ ਸੁਣਦਾ ਹੈ, ਮਨ ਦੇ ਗਲਤ ਕਹੇ ਨੂੰ ਮਨ ਸੁਣਦਾ ਹੈ। ਸੋ ਇਹ ਸਾਡੀ ਜਿਹੜੀ ਇੰਟਰਨਲ ਖਾਸ ਕਰਕੇ ਅੰਦਰ ਕਮਿਊਨੀਕੇਸ਼ਨ ਆ, ਜਿਹੜੀ ਅੰਦਰ ਸਾਡਾ ਡਾਇਲੋਗ ਆ ਆਪਣੇ ਆਪੇ ਦੇ ਨਾਲ, ਉਸ ਨੂੰ ਹੀ ਬੰਦੇ ਨੇ ਸਮਝਣਾ ਹੈ, ਉਹਨੂੰ ਹੀ ਦਰੁਸਤ ਕਰਨਾ ਹੈ। ਇਸ ਬਾਬਤ ਅੰਦਰ ਦੀ ਦੁਨੀਆ ਨੂੰ, ਸਾਨੂੰ ਖੁਦ ਨੂੰ ਸਮਝਣ ਵਾਸਤੇ ਜਿਹੜਾ ਮਦਦ ਕਰੇਗਾ ਉਹ ਹੈਗਾ ਗੁਰੂ। ਕਿਉਂਕਿ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਮੰਨੈ ਤਰੈ ਤਾਰੈ ਗੁਰਸਿੱਖ, ਮੰਨੈ ਨਾਨਕ ਪਵੈ ਨਾ ਭਿਖ। ਮੰਨੈ ਤਰੈ ਤਾਰੈ ਗੁਰਸਿੱਖ, ਸੱਚ ਦੇ ਨਾਮ ਨੂੰ ਸੁਣ ਕੇ ਮੰਨਣ ਦੇ ਨਾਲ ਜਿਹੜਾ ਆਪ ਤਰਿਆ, ਉਹ ਦੂਜਿਆਂ ਨੂੰ ਤਰਨ ਗੋਚਰੇ ਬਣਾਉਣ ਵਾਸਤੇ। ਤਰਨ ਦਾ ਮਤਲਬ ਇਹ ਹੁੰਦਾ ਫਲੋਟ ਕਰਨਾ, ਸਵਿਮ ਕਰਨਾ, ਕਿਸੇ ਚੀਜ਼ ਤੋਂ ਬਾਹਰ ਆ ਜਾਣਾ, ਕਿਸੇ ਚੀਜ਼ ਨੂੰ
ਜਿਹੜਾ ਹੈਗਾ ਪਾਰ ਕਰ ਜਾਣਾ। ਸੋ ਇਹ ਹੈ we all want to reach on a level where we can enjoy the oneness with Almighty ਅਕਾਲ ਪੁਰਖ ਵਾਹਿਗੁਰੂ ਓਂਕਾਰ ਜੀ ਦੇ ਨਾਲ ਸਚਿਆਰ ਹੋ ਜਾਈਏ ਅਸੀਂ ਸਾਰੇ। ਤੇ ਉਹ ਜਿੱਥੋਂ ਜੁੜਾ ਜਿਸ ਚੀਜ਼ ਨੇ ਸਾਨੂੰ ਉਹਦੇ 'ਚ ਹੈਲਪ ਕਰਨੀ ਹੈ ਉਹ ਤੇ ਗੁਰੂ ਕਾ ਸ਼ਬਦ ਆ। ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣ ਜੇ ਪੜ੍ਹਨੇ ਹੋਣ ਤੇ ਕੋਈ ਕਮੀ ਥੋੜ੍ਹਾ ਹੈ। ਅਸੀਂ ਸ਼ਬਦ ਪੜ੍ਹਦੇ ਹਾਂ ਕਿ ਜੋ ਮੰਦਰ ਕੋ ਥਾਮੈ ਥੰਮਨ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਵੇਂ ਵੱਡੇ ਵੱਡੇ ਬਿਲਡਿੰਗਾਂ ਇਮਾਰਤਾਂ ਖੜੀਆਂ ਹੁੰਦੀਆਂ ਨੇ, ਮਕਾਨ ਮਹਿਲ ਖੜੇ ਹੁੰਦੇ ਨੇ, ਉਹਨਾਂ ਮਹਿਲਾਂ ਨੂੰ ਖੜਾ ਕਰਨ ਵਾਸਤੇ ਜਿਹੜਾ ਉਹਨਾਂ ਦਾ ਵਜਨ ਆ ਛੱਤ ਦਾ, ਸਾਰੀ ਬਿਲਡਿੰਗ ਦਾ, ਪਿੱਲਰ ਚੁੱਕਦੇ ਨੇ ਜਿਹੜੇ ਉਹਦੇ 'ਚ ਥੰਬ ਲੱਗੀਆਂ ਨੇ, ਥੰਮੀਆਂ ਲੱਗੀਆਂ ਨੇ। ਜੋ ਮੰਦਰ ਕੋ ਥਾਮੈ ਥੰਮਨ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਹੜਾ ਗੁਰ ਸ਼ਬਦ ਆ ਸਾਡੇ ਮਨ ਨੂੰ ਵੀ ਐਵੇਂ ਥੰਮਦਾ ਆ, ਇਸ ਤਰੀਕੇ ਨਾਲ ਉਹਨੂੰ ਖੜਾ ਕਰਦਾ ਹੈ ਕਿਸੇ ਜਗ੍ਹਾ ਦੇ ਉੱਤੇ। ਅਦਰਵਾਈਜ਼ ਮਨ ਦੀ ਜਿਹੜੀ ਹਿਊਮਨ ਟੈਂਡੈਂਸੀ ਕਹਿ ਲਓ, ਤੁਸੀਂ ਮਨੋਬਿਰਤੀ ਕਹਿ ਲਓ, ਗਰਕ ਜਾਣ ਵਾਲੀ ਹੈ, ਮਾੜੇ ਪਾਸੇ ਜਾਣ ਵਾਲੀ ਹੈ, ਸਹੀ ਤੋਂ ਟੁੱਟ ਕੇ ਗਲਤ ਡਾਇਰੈਕਸ਼ਨ ਵਿੱਚ ਚਲੇ ਜਾਂਦੀ ਹੈ। ਆਪ ਇਹਨੂੰ ਅਹਿਸਾਸ ਦੇ ਰੂਪ ਵਿੱਚ ਇਸ ਤਰ੍ਹਾਂ ਕਰੋ ਕਿ ਸਾਕਾਏ 1984 ਅਸੀਂ ਜੂਨ ਦਾ ਯਾਦ ਕਰ ਰਹੇ ਹੈਗੇ ਹਾਂ। ਅਤੇ ਇਹਦੇ ਅੰਦਰ ਜੇ ਸਮੁੱਚੇ ਲੈਵਲ 'ਤੇ ਦੇਖਿਆ ਜਾਏ ਤੇ ਜਿਨ੍ਹਾਂ ਲੋਕਾਂ ਨੇ ਰਾਜਸੀ ਰੋਲ ਪਲੇ ਕਰਨਾ ਸੀਗਾ ਪ੍ਰੋਪਰਲੀ, ਜੇ ਅਸੀਂ ਸ਼ਬਦਾਂ ਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ 'ਚ ਪੜ੍ਹੀਏ ਤੇ ਮਹਾਰਾਜ ਬਿਆਨ ਕਰਦੇ ਨੇ ਕਿ ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ। ਇੱਕ ਵਾਰ ਡਾਕਟਰ ਰਾਧਾ ਕ੍ਰਿਸ਼ਨ ਨੇ ਜੋ ਬੋਲਦਿਆਂ ਹੋਇਆਂ ਈਵਨ ਸਪੀਚ ਵਿੱਚ ਬਾਤ ਕਹੀ, ਕਹਿਣ ਲੱਗਾ ਕਿ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਖੜੀ ਹੁੰਦੀ ਹੈ ਜਿਹੜੇ ਅਹੁਦੇ, ਜਿਹੜੀਆਂ ਪੋਜੀਸ਼ਨਸ ਬਹੁਤ ਕਾਬਲੀਅਤ ਦੀ ਮੰਗ ਕਰਦੀਆਂ ਨੇ, ਉਹਨਾਂ ਅਹੁਦਿਆਂ 'ਤੇ ਗੈਰ ਕਾਬਲ ਲੋਕ ਪਹੁੰਚ ਜਾਣ, ਫਿਰ ਜੋ ਤਰਾਸਦੀ ਵਾਪਰਦੀ ਹੈ ਉਹ ਮੈਜਰ ਨਹੀਂ ਹੋ ਸਕਦੀ। ਐਗਜ਼ੈਕਟਲੀ ਇਹੋ ਚੀਜ਼ ਗੁਰੂ ਗ੍ਰੰਥ ਸਾਹਿਬ ਨੇ ਸੈਂਕੜੇ ਵਰੇ ਪਹਿਲਾਂ ਸਪਿਰਿਚੁਅਲ ਸਾਈਡ ਤੋਂ ਬਿਆਨ ਕਰਦਿਆਂ ਬਾਤ ਕੀਤੀ। ਮਹਾਰਾਜ ਨੇ ਕਿਹਾ ਤਖਤ ਰਾਜਾ ਸੋਭਾ ਹੈ। ਰਾਜੇ ਕੋਲ ਬੜੀ ਪਾਵਰ ਹੁੰਦੀ, ਉਹ ਬਹੁਤ ਕੁਝ ਕਰ ਸਕਦਾ ਹੈ। ਮੈਂ ਜੇ ਹੁਣੇ ਬਾਤ ਕਰ ਰਿਹਾ ਸੀ ਤੁਹਾਡੇ ਜੀ, ਤੁਸੀਂ ਵੀ ਸਾਰੇ ਨਿਊਜ਼ ਵਗੈਰਾ ਦੇ ਜਿੱਥੇ ਸੁਣ ਰਹੇ ਹੋਵੋਗੇ, ਜੋ ਜਾਰਜ ਵਾਲਾ ਇੰਸੀਡੈਂਟ ਹੋਇਆ ਅਮਰੀਕਾ ਦੇ ਵਿੱਚ, ਉਸ ਤੋਂ ਬਾਅਦ ਇੱਕ ਪੂਰੇ ਦਾ ਪੂਰਾ ਮੂਮੈਂਟਮ ਬਣਿਆ, ਮੂਵਮੈਂਟ ਬਣ ਗਈ ਪੂਰੇ ਦੀ ਪੂਰੀ। ਅਤੇ ਜਿਹੜਾ ਸਲੋਗਨ ਸੀਗਾ ਬਲੈਕ ਲਾਈਵਜ਼ ਮੈਟਰ, ਹੁਣ ਉਹਦੇ ਜਿਹੜੀ ਬਾਤ ਆ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਲੋਕਾਂ ਨੇ ਇਹ ਵੀ ਕਿਹਾ ਕਿ ਐਵਰੀ ਲਾਈਵਜ਼ ਮੈਟਰ, ਇਹ ਵੀ ਚੀਜ਼ ਇਹ ਸਲੋਗਨ ਉਸ ਲੈਵਲ 'ਤੇ ਲੈ ਕੇ ਜਾਓ। ਬਿਲਕੁਲ ਹਿਊਮਨ ਲਾਈਫ ਇਜ਼ ਹਿਊਮਨ ਲਾਈਫ। ਵੀ ਸ਼ੁੱਡ ਗੋ ਬਿਯੋਂਡ ਕਲਰ, ਕ੍ਰੀਡ, ਐਨੀ ਕਾਈਂਡ ਆਫ ਨੇਸ਼ਨ, ਐਨੀਥਿੰਗ, ਜਸਟ ਹਿਊਮਨ ਮੀਨ ਹਿਊਮਨ। ਬਟ ਕਿਉਂਕਿ ਜਿਨ੍ਹਾਂ ਨੂੰ ਸਾਹਮਣੇ ਤੌਰ 'ਤੇ ਸਫ਼ਰ ਕਰਦਿਆਂ ਦੇਖਿਆ ਬਲੈਕ ਲਾਈਵਜ਼ ਨੂੰ, ਉਹਨਾਂ ਦੀ ਤਾਂ ਬਾਤ ਹੋਣੀ ਚਾਹੀਦੀ ਹੈ। ਉਸੇ ਜਗ੍ਹਾ ਦੇ ਉੱਤੇ, ਕਿਉਂਕਿ ਇੱਥੇ ਮਲਟੀ ਟੀਅਰ ਸਿਸਟਮ ਹੈ, ਹਾਲਾਂਕਿ ਹਰ ਜਗ੍ਹਾ 'ਤੇ ਮੋਸਟਲੀ ਡੈਮੋਕ੍ਰੇਸੀ ਦੇ ਵਿੱਚ ਇਹ ਮਿਲਦਾ ਹੈਗਾ, ਮਿਊਨਸੀਪਲ ਲੈਵਲ ਦਾ, ਸਿਟੀ ਲੈਵਲ ਦਾ, ਲੋਅਰ ਲੈਵਲ ਦਾ, ਫਿਰ ਪ੍ਰੋਵਿੰਸ਼ੀਅਲ ਲੈਵਲ ਦਾ, ਜਿਹਨੂੰ ਅਸੀਂ ਸਟੇਟ ਲੈਵਲ ਦਾ ਕਹਿੰਦੇ ਹਾਂ, ਫਿਰ ਫੈਡਰਲ ਲੈਵਲ ਦਾ, ਸੈਂਟਰਲ ਲੈਵਲ ਦਾ, ਇਸ ਤਰੀਕੇ ਨਾਲ ਆਉਂਦਾ। ਅਮਰੀਕਾ ਦੇ ਫੈਡਰਲ ਸਿਸਟਮ ਨੂੰ ਜਿਹੜਾ ਉਸ ਤਰੀਕੇ ਨਾਲ ਵੇਖੋਗੇ ਤਾਂ ਜਿਹੜੀ ਫੈਡਰੇਸ਼ਨ ਹੈ ਸਾਰੀ ਦੀ ਸਾਰੀ ਉਸ ਤਰੀਕੇ ਨਾਲ ਬਣੀ। ਉਹਦੇ 'ਚ ਜਿਹੜਾ ਮੁਲਕ ਦਾ ਮੁਖੀ ਆ ਉਹਦੇ ਕੋਲ ਇੰਤਹਾ ਪਾਵਰ ਆ, ਸਭ ਚੀਜ਼ਾਂ ਅਸੀਂ ਵੇਖਦੇ ਪੜ੍ਹਦੇ ਸੁਣਦੇ ਹਾਂ, ਸਭ ਚੀਜ਼ਾਂ ਹੁੰਦੀਆਂ ਨੇ। ਮਗਰ ਉਸੇ ਸ਼ਹਿਰ ਦੇ ਵਿੱਚ ਜਿਹੜਾ ਲੋਅਰ ਟੀਅਰ ਹੈ, ਉਸੇ ਸਿਟੀ ਦਾ, ਵਾਸ਼ਿੰਗਟਨ DC ਦੀ ਬਾਤ ਕਰ ਰਹੇ ਹਾਂ, ਮੇਅਰ ਨੇ ਰੋਡਾਂ 'ਤੇ ਲਿਖਵਾਤਾ ਬਲੈਕ ਲਾਈਵਜ਼ ਮੈਟਰਸ। ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ, ਇੱਕ ਪਲਾਜ਼ਾ ਡੈਡੀਕੇਟ ਕਰਤਾ ਬਲੈਕ ਲਾਈਵਜ਼ ਮੈਟਰਸ। ਇਹ ਹੈ ਰਿਐਲਿਟੀ ਦੇ ਵਿੱਚ ਲੋਕਾਂ ਨੂੰ, if people feel some kind of wound, if people got hurt due to some you can say unhuman exercises, then if we really want to actually make sure them, yes, you people as you like people as a matter to us, then we have to do something to ease everything. ਉਹਦੇ ਲਈ
रोक बात की गई जिस लैवल ते बात की है कि उन्होंने स्लोगन दिते जा रहे हैं डिफरेंट वे दे नाल सब चीज़ां हो रही हैं। ये है राजे की काबलियत, ये है उस सियासत उस रियासत के सही रूप दे विच वरतारा। क्योंकि जिहड़े लोग ने लोग अज की तारीख रियाया नहीं है, दे आर रियल स्टेक होल्डरस। वो डेमोक्रेसी दे विच उन्हां दा रोल उस लैवल ते है। इसे चीज़ नूं पहचानने की लोड़ है। जो तुसीं अज बात कर रहे हैं इनू कोई शख्स एंटी नैशनल लैवल ते ले आवे दूसरे, नो नो वे। लेट्स कम ऑन द ह्यूमन साइड एंड टॉक अबाउट ह्यूमैनिटी, टॉक अबाउट ह्यूमन वैल्यूज, देन वी कैन इंजॉय द रियल रिचनेस ऑफ दिस वर्ल्ड। अदरवाइज इनोवेशनस होणगियां, बिजनेस होणगे, कारोबार होणगे, बड़े तरक्कियां होणगियां, पर एंड ऑफ द डे जे ह्यूमैनिटी सफ़र करेगी तो ह्यूमैनिटी सफ़र करने का मतलब कोई एनी इंडिविजुअल होए उस लैवल पर बात आ जाए। हुण ये सारे सिनैरियो दे विच जे असीं देखीए तो मेरी जी बात प्रारंभ करन लगा सीगा वो है कि राजसी निज़ाम नूं सुधारिया जाए। तो राजसी निज़ाम नूं सुधारन वास्ते लोगों का अपना सुधार होना, क्योंकि लोगों चों चुने जाणगे राजे भी, यही मन्ने ना लोक राज ही होंदा, लोकतंत्र ही होंदा। उहदे लई है कि सब नूं रूहानी तौर पर अध्यात्मी तौर के उत्ते, बड़ा वड्डा वर्ड आ स्पिरिचुअलिटी इस लैवल ते, बट एटलीस्ट बंदा अपने आप नूं एजुकेट करे मानवी कदरां कीमतां के अनुसार। गुरु साहब ने ही किया। एक जालम नूं ला के दूजे जालम नूं बिठाउणा, ये कोई तख्ते पलटन दी गल्लां नहीं होंदियां। तुसी निज़ामत नूं सही रूप दे विच जे उस गवर्निंग सिस्टम नूं प्रॉपरली चेंज करना है, तब्दीली लैके आउणी है, तो फिर है मनुक्खां नूं बदलो, मनुक्खां दी सोच बदलो, मनुक्खां दे विहार बदलो। इन्हां सब चीज़ां दे उत्ते कंमकार कीता जाए। गुरु नानक साहब ने 10 जीवन लगाए, 10 जीवन लगा के उस जगह ते लिया के खड़ा किया जिथे जाके असीं देखते हैं कुर्बानियां होंदियां, शहादतां होंदियां, सब चीज़ां होंदियां, पर एक लैवल ते बात यह भी होंदी कि जिवें जिवें तब्दीली वाले पासे चीज़ां चलदियां उदों लोक रियाया, लोक प्रजा, लोक न्याय की बात जिहड़ी सामने आउंदी है। असीं बाबा बंदा सिंह बहादुर का दौर देखते, उस तो बाद सारा दौर देखते हैं। बात प्रारंभ होएगी साडे अपने सुधार तो, अपने सुधार वास्ते साडे कोल गुरु साडी मदद करेगा। तो गुरु किवें मदद करेगा? जिहड़ा असी बाणी तो बाहर भट्टां दा एक सवैया पढ़ते हैं, मन लोचै बुरियाइयां। मन बुरा लोचदा है, बुरियारपुणा लोचदा है। जो बुरा लोचदा है तो फिर वो बुरे दे नाल किसी का बुरा तो करता, अपना भी बुरा करता, अपने वास्ते बुरा सहेड़दा है। बुरा सोचन नाल ही बंदे दे अंदर बुराई की आमद दे नाल ही दुख का जन्म हो जाता है, वेदन पीड़ा आनी शुरू हो जाती है। गुरु इत्थों ही दुरुस्त करता है। गुरु कहता है भले का जे गाहक है, जे भले नूं तसव्वुर करता है तो फिर एक काम कर, फिर अंदरों ही भला बीज होरां वास्ते, सब वास्ते, किसी तरीके दे नाल भी तेरे अंदर जिहड़ा हैगा वो चीज़ ना आवे। सर्व कल्याण च तेरा कल्याण है। गुरु मन की दुनिया नूं बदलदा है। ये बाबत फिर यह है सानू अंदर की दुनिया का प्रॉपर ज्ञान भी होए, समझ भी होए, सोझी भी होए। ये गुरु एजुकेट करता है सानू। गुर एजुकेशन, गुर तालीम जिहड़ा है, गुर का शब्द मनै अस्थमन, फिर इस मन नूं थमदा हौली हौली करके छोटियां छोटियां चीज़ों के विच ईरखा, द्वैख, साड़े, सब चीज़ां। आप गुरु ग्रंथ साहब की एग्जाम्पल लवो। गुरु ग्रंथ साहब दे विच हस्तियां बैठियां ने, भगत कबीर जी ने, भगत रविदास जी ने, भगत नामदेव जी ने, भगत सदना जी ने, भगत सैन जी ने। यो सारे भगत ने जिन्होंने ब्राह्मणी वंड के मुताबिक लोअर कास्ट में लिया गया, जिन्होंने अछूत किया गया, जिन्होंने कहा गया इन्हों के परछावें पैन नाल चीज़ां भिट जांदियां। सो ये चीज़ां हुई। उन्होंने उच्ची आवाज़ करके जो ब्राह्मणी रहो रीतां सीगियां उन्होंने बिल्कुल जिहड़ा हैगा अस्वीकार्य किया, बल्कि उन्होंने बड़े वड्डे लैवल ते जिहड़ा हैगा
ਉਹਨਾਂ ਨੂੰ ਕੰਡੈਮ ਕੀਤਾ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ, ਜੇ ਤੁਸੀਂ ਦੇਖਦੇ ਹੋ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਭਤਸਨਾ ਕਰਦੇ ਨੇ। ਇਹਨਾਂ ਨੇ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਕਾਨ ਬਾਟ ਕਾਹੇ ਨਹੀਂ ਆਇਆ, ਤੁਮਕਤ ਬ੍ਰਾਹਮਣ ਹਮਕਤ ਸੂਤ ਹਮਕਤ ਲੋਹ ਤੁਮਕਤ ਦੂਧ, ਕਹੋਰੇ ਪੰਡਤ ਬਾਹਮਣ ਕਬ ਕੇ ਹੋਏ। ਉਹ ਆਪਣੇ ਆਪ ਨੂੰ ਬ੍ਰਹਮ ਬ੍ਰਹਮ ਖਵਾਉਣ ਵਾਲਿਆ, ਮੈਨੂੰ ਦੱਸ ਤੇ ਸਹੀ ਤੂੰ ਬ੍ਰਹਮ ਕਦੋਂ ਦਾ ਹੋ ਗਿਆ ਭਾਈ। ਇਸ ਕਿਸਮ ਦੀਆਂ ਬਾਤਾਂ ਆਈਆਂ। ਮਗਰ ਇਹਦੇ ਨਾਲ ਹੀ ਆਪਾਂ ਵੀ ਦੇਖਦੇ ਹੈਗੇ ਹਾਂ, ਦੇਖੋ ਜਿਹਨੂੰ ਵਾਕਿਆ 'ਚ ਹੀ ਸੋਝੀ ਆ ਜਾਏ, ਸਮਝ ਆ ਜਾਏ, ਉਹ ਫਿਰ ਬਿਨਾਂ ਸੋਚੇ ਸਮਝੇ ਕਿਸੇ ਦੀ ਧਿਰ ਨਹੀਂ ਬਣਦਾ। ਉਹ ਬਿਲਕੁਲ ਸੱਚ ਦਾ ਪੈਂਤੜਾ ਲੈਂਦਾ, ਸੱਚ ਦੇ ਰਾਹ ਦੇ ਉੱਤੇ ਤੁਰਦਾ ਹੈਗਾ। ਅਸੀਂ ਇਹਨਾਂ ਭਗਤਾਂ ਦੇ ਵਿੱਚ ਹੀ ਫਿਰ ਵੇਖਦੇ ਹਾਂ ਭਗਤ ਰਾਮਾਨੰਦ ਜੀ, ਭਗਤ ਤ੍ਰਿਲੋਚਨ ਜੀ, ਜੋ ਕਿ ਵੰਡ ਦੇ ਮੁਤਾਬਕ ਬ੍ਰਾਹਮਣੀ ਸਮਾਜ ਵਿੱਚੋਂ ਆ ਰਹੇ ਨੇ। ਅਸੀਂ ਤੇ ਗੁਰੂ ਮਹਾਰਾਜ ਦੀ ਬਾਣੀ 'ਚ ਸ਼ਬਦਾਂ ਨੂੰ ਪੜ੍ਹਦੇ ਹਾਂ। ਮਹਾਰਾਜ ਬਿਆਨ ਕਰਦੇ ਵੀ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਧਰੇ, ਨਾਮਾ ਜੈਦੇਵ ਕਬੀਰ ਤਿਲੋਚਨ ਸਭ ਦੋਹ ਗਏ ਚਮਰੇ। ਤੁਸੀਂ ਦੇਖੋ ਕਿਵੇਂ ਐਗਜ਼ਾਮਪਲ ਕੀਤੀਆਂ ਗੁਰੂ ਰਾਮਦਾਸ ਮਹਾਰਾਜ ਨੇ। ਮਹਾਰਾਜ ਕਹਿੰਦੇ ਇੱਕ ਧਿਰ ਇੱਕ ਜਗ੍ਹਾ ਤੇ ਕਤਾਰ 'ਚ ਬੈਠ ਗਏ। ਨਾਮਾ ਨਾਮਦੇਵ ਭਗਤ ਨਾਮਦੇਵ ਜੀ, ਜਿਨ੍ਹਾਂ ਨੂੰ ਛਿੰਬੇ ਬਰਾਦਰੀ 'ਚੋਂ ਲਿਆਂਦਾ ਗਿਆ, ਬ੍ਰਾਹਮਣੀ ਸਿੱਖੀ ਇਸ ਇਹ ਸਭ ਚੀਜ਼ਾਂ ਖਤਮ ਕੀਤੀਆਂ ਗਈਆਂ। ਅਛੂਤ ਨੀਵਾਂ ਜੈਦੇਵ ਬ੍ਰਾਹਮਣ ਇੱਕ ਜਗ੍ਹਾ ਤੱਕ ਬੈਠ ਗਏ ਆ ਕੇ। ਇਹ ਕੀ ਹੈ? ਮਨੁੱਖਵਾਦੀ ਵਰਤਾਰਾ ਆ। ਇਹਨਾਂ ਚੀਜ਼ਾਂ ਤੋਂ ਬਾਹਰ ਆ ਗਏ। ਸੱਚ ਬੰਦੇ ਨੇ ਅਪਣਾਉਣਾ ਆ, ਸੱਚ ਧਾਰਨ ਕਰਨਾ ਹੈ। ਮਨ ਦੀ ਦੁਨੀਆ ਜਦੋਂ ਬੰਦਾ ਸੁਧਾਰਨ ਵਾਲੇ ਪਾਸੇ ਜਾਏਗਾ ਤੇ ਉਹਦੇ 'ਚ ਇਹ ਹੈਗਾ ਕਿ ਮਨ ਦੀ ਦੁਨੀਆ ਕਿਸੇ ਖਾਸ ਗਰੁੱਪ ਨਾਲ ਐਸੋਸੀਏਸ਼ਨ ਬਿਲਡ ਕਰ ਲੈਣੀ, ਕਾਸਟ ਨਾਲ ਬਿਲਡ ਕਰ ਲੈਣੀ, ਤੇ ਉਹਨਾਂ ਦੇ ਵਿੱਚੋਂ ਫਿਰ ਆ ਰਹੀਆਂ ਕਮੀਆਂ ਨੂੰ ਜਿਹੜਾ ਉਸ ਤਰੀਕੇ ਨਾਲ ਜਸਟੀਫਾਈ ਕਰਨਾ, ਡਿਫਾਈਨ ਕਰਨਾ, ਐਕਸੈਪਟ ਕਰਨਾ ਅਕਸਰ ਹੁੰਦਾ। ਮੈਂ ਛੋਟੀਆਂ ਬਾਤਾਂ 'ਚ ਲੈ ਕੇ ਆਵਾਂ ਤੇ ਅੱਜ ਕੁਝ ਪੁਰਾਣੇ ਸਮੇਂ ਤੋਂ ਵੀ ਰਿਹਾ, ਜੇ ਗਰੁੱਪ ਹੀ ਬਣਾਉਣੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਗਰੁੱਪ ਬਣਾਉਣੇ ਤੇ ਮਨਮੁਖ ਤੇ ਗੁਰਮੁਖ ਦੇ ਬਣਾਓ। ਤੇ ਉਹਨਾਂ ਦੇ ਵਾਸਤੇ ਵੀ ਇਹ ਨਹੀਂ ਵੀ ਮਨਮੁਖ ਨੂੰ ਨਫ਼ਰਤ ਕਰਨੀ ਹੈ, ਬਲਕਿ ਮਨਮੁਖ ਨੂੰ ਉਹਦੀ ਬਾਂਹ ਫੜਨੀ ਹੈ। ਜੇ ਤੁਸੀਂ ਕਿਸੇ ਚੀਜ਼ ਤੋਂ ਦੂਰ ਜਾਣਾ ਹੈ ਤੇ ਉਹ ਸਾਕਤ ਬਿਰਤੀ ਹੈ, ਤੇ ਸਾਕਤ ਬਿਰਤੀ ਨਾਲ ਪਰਨਾਏ ਹੋਏ ਬੰਦੇ ਤੋਂ ਦੂਰੀ ਬਣਾਓ। ਤੇ ਉਹਨੂੰ ਦੱਸੋ ਤੇਰੇ ਤੋਂ ਦੂਰੀ ਨਹੀਂ, ਤੇਰੀ ਬਿਰਤੀ ਤੋਂ ਦੂਰੀ ਹੈ। ਸਾਕਤ ਤੋਂ ਤਾਂ ਕਰਕੇ ਕਿਹਾ ਗਿਆ ਕਿ ਬਾਬਾ ਕਬੀਰ ਜੀ ਕਹਿੰਦੇ ਵੀ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਉਹਨੂੰ ਦੂਰੀ ਕਿਉਂ ਬਣਾਉਣੀ? ਕਿਉਂਕਿ ਤੈਨੂੰ ਦੱਸਣਾ ਤੂੰ ਸਾਕਤ ਹੈ ਭਾਈ। ਸੋ ਇਸ ਕਿਸਮ ਦੇ ਨਾਲ ਬੰਦਾ ਕੈਟੇਗਰਾਈਜ਼ ਕਰੇ। ਉਹ ਲੋਕ ਜਿਨ੍ਹਾਂ ਦਾ ਵਿਹਾਰ ਚੰਗਾ, ਉਹ ਲੋਕ ਜਿਨ੍ਹਾਂ ਦਾ ਵਿਹਾਰ ਮਾੜਾ ਹੈ, ਉਹ ਲੋਕ ਜਿਹੜੇ ਮਨੁੱਖੀ ਕਦਰਾਂ ਕੀਮਤਾਂ 'ਚ ਨੇ, ਉਹ ਲੋਕ ਜਿਹੜੇ ਗੈਰ ਮਨੁੱਖੀ ਕਦਰਾਂ ਕੀਮਤਾਂ ਨੂੰ ਉਸ ਕਿਸਮ ਦੀ ਪ੍ਰੈਕਟਿਸ ਐਕਸਰਸਾਈਜ਼ ਕਰ ਰਹੇ ਹੈਗੇ। ਇਹ ਇਸ ਤਰੀਕੇ ਨਾਲ ਕੈਟੇਗਰਾਈਜ਼ ਕੀਤਾ ਜਾਏ। ਇੱਥੇ ਉਹ ਕਾਸਟਿਜ਼ਮ ਨਹੀਂ ਗਾ, ਉਹ ਗਰੁੱਪਿਜ਼ਮ ਨਹੀਂ ਗਾ। ਇਹਨੂੰ ਗੁਰੂ ਮਹਾਰਾਜ ਨੇ ਬਿਆਨ ਕਰਦਿਆਂ ਕਿਹਾ ਇਹਨੂੰ ਇਸ ਤਰੀਕੇ ਨਾਲ ਤਸੱਵੁਰ ਕਰ। ਇੱਥੇ ਨਾਮਦੇਵ ਤੇ ਜੈਦੇਵ ਇੱਕ ਜਗ੍ਹਾ ਤੇ ਬੈਠ ਗਏ ਨੇ। ਇਹ ਬ੍ਰਹਮਵੇਤਾ, ਇਹ ਰੂਪ ਆ। ਕਿਆ ਨਾਮਾ ਜੈਦੇਵ ਕਬੀਰ ਜੁਲਾਹਾ, ਜਿਹਨੂੰ ਕਿਹਾ ਗਿਆ ਬ੍ਰਾਹਮਣੀ ਵੰਡ ਮੁਤਾਬਕ, ਕਿਉਂਕਿ ਉਹ ਕੱਪੜਾ ਬੁਣਦਾ, ਤੇ ਉਹਨੂੰ ਕਿਹਾ ਗਿਆ ਕਿ ਇਹ ਜਿਹੜਾ ਹੈਗਾ ਇਹ ਅਛੂਤ ਹੈ, ਨੀਵਾਂ ਹੈਗਾ। ਪਰ ਇੱਥੇ ਕਬੀਰ ਤਿਲੋਚਨ, ਤਿਲੋਚਨ ਕੀ ਹੈ? ਤਿਲੋਚਨ ਬ੍ਰਾਹਮਣ ਹੈ ਵੰਡ ਮੁਤਾਬਕ ਜਿੱਥੇ ਮੰਨਿਆ ਜਾਂਦਾ ਬਰਾਬਰ ਆ ਕੇ, ਕਿਉਂਕਿ ਧਿਰ ਇੱਕ ਬਣੇ ਨੇ। ਧਿਰ ਇੱਕ ਕਾਹਦੇ ਬਣੇ? ਸੱਚ ਦੀ ਧਿਰ। ਉਹ ਧਿਰ ਜਿਹੜੀ ਜੋ ਬੇਨਿਆਈ ਸਮਾਜ ਵਿੱਚ ਹੋ ਰਹੀ, ਰਾਜ ਵਿੱਚ ਹੋ ਰਹੀ, ਆਲੇ ਦੁਆਲੇ ਹੋ ਰਹੀ, ਉਹ ਸਾਰੇ ਬਾਰੇ ਆਵਾਜ਼ ਚੁੱਕਦੇ। ਮੈਂ ਤੇ ਲਿਟਰੇਚਰ ਪੜ੍ਹਦਾ, ਸਮ ਟਾਈਮ people try to portray these devotees who are coming from Guru Granth Sahib. They are saying they are radical devotees. ਰੈਡੀਕਲਾਈਜ਼ ਕੀਤਾ ਜਾਂਦਾ ਉਹਨਾਂ ਨੂੰ। ਕਿਉਂ? ਕਿਉਂਕਿ ਉਹ ਸੱਚ ਦੀ ਆਵਾਜ਼ ਚੁੱਕਦੇ, ਉਹ ਜੜੋਂ ਪੱਟ ਕੇ ਸੱਟ ਦਿੰਦੇ ਸਾਰਾ ਕੁਝ ਜਿਹੜਾ ਕੂੜ ਹੈ, ਜਿਹੜਾ ਮਨੁੱਖ ਨੂੰ ਮਨੁੱਖ ਤੋਂ ਤੋੜਦਾ ਹੈਗਾ। ਸੋ ਇੱਥੇ ਬਾਤ ਆਈ ਨਾਮਾ ਜੈਦੇਵ ਕਬੀਰ ਤਿਲੋਚਨ ਸਭ ਦੋਹ ਗਏ ਚਮਰੇ। ਇਹ ਗੁਰੂ ਨੇ ਗੁਰੂ ਕੇ ਸ਼ਬਦ ਦੇ ਜ਼ਰੀਏ ਅੰਦਰ ਵਰਤਦਿਆਂ ਹੋਇਆਂ ਵਿਵੇਕ ਜਾਗਰਤ ਕੀਤਾ, ਕਮੀਆਂ ਖਾਮੀਆਂ ਦੂਰ ਹੋਈਆਂ। ਬੰਦਾ ਜਦੋਂ ਮਨੁੱਖ ਬਣ ਕੇ ਸੱਚ ਦਾ ਧਿਰ ਬਣ ਕੇ ਤੁਰੇਗਾ, ਆਪ ਇਹਨਾਂ ਦਿਨਾਂ ਦੇ ਵਿੱਚ YouTube ਤੇ ਹੁਣ ਤੇ ਕੁਝ ਵੀ ਲੁਕਿਆ ਛਿਪਿਆ ਨਹੀਂ ਹੈਗਾ, ਸਭ ਜ਼ਾਹਰਾ ਤੌਰ ਤੇ ਹੈ। ਜਨਰਲ ਸਿਨਹਾ ਕੋਈ ਪ੍ਰੈਕਟਿਸਿੰਗ ਸਿੱਖ ਨਹੀਂਗਾ, ਕੋਈ ਸਿੱਖਾਂ ਦੇ ਪਰਿਵਾਰ ਵਿੱਚ ਪੈਦਾ ਨਹੀਂ ਹੋਇਆ, ਕੋਈ ਉਸ ਕਿਸਮ ਦੀ, ਮਗਰ ਉਹਨੂੰ ਪ੍ਰੇਜ਼ ਕੀਤੀ ਜਾ ਰਹੀ। ਕਿਉਂ ਪ੍ਰੇਜ਼ ਕੀਤੀ ਜਾ ਰਹੀ ਹੈ? ਵਕਤ ਦਾ ਹਾਕਮ ਕਹਿ ਰਿਹਾ ਹੈ ਅਸੀਂ ਦਰਬਾਰ ਸਾਹਿਬ ਤੇ ਫੌਜ ਚੜਾਉਣੀ ਹੈ। ਉਹ ਐਡਵਾਈਜ਼ ਕਰ ਰਿਹਾ ਉਹਨੂੰ, ਸੇਮ ਵੇ
थिंक इन टूडेज सिनेरियो ट्रंप मिलिटरी कॉल कर रहा है, ਉਹਦੀ ਆਪਣੇ ਹੀ ਆਰਮਡ ਫੋਰਸਿਸ ਦੇ ਵਿੱਚੋਂ ਤੇ ਉਹਨਾਂ ਦੇ ਇੰਚਾਰਜ ਲੋਕ ਉਹ ਕਹਿ ਰਹੇ ਨੇ ਇਹ ਕਮਲਾ ਹੋਇਆ। ਕੈਲੀਫੋਰਨੀਆ ਦੇ ਵਿੱਚ ਪੁਲਿਸ ਮੁਖੀ ਇਹ ਕਹਿ ਰਿਹਾ ਵੀ ਜੇ ਤੂੰ ਚੰਗਾ ਨਹੀਂ ਕਹਿ ਸਕਦਾ ਐਟਲੀਸਟ ਆਪਣਾ ਮੂੰਹ ਚੁੱਪ ਬੰਦ ਕਰ। ਇਹ ਕੀ ਹੈ? ਇਹ ਐਕਚੁਅਲੀ ਉਹ ਲੋਕ ਨੇ ਜਿਹੜੇ ਸਰਫੇਸ ਤੇ ਜਿਹੜੀਆਂ ਚੀਜ਼ਾਂ ਰਿਐਲਿਟੀ ਦੇ ਵਿੱਚ ਮੈਟਰ ਕਰਦੀਆਂ ਉਹਨਾਂ ਨੂੰ ਟੈਨਸ਼ਨ ਪੇ ਕਰਦੇ ਨੇ। ਸੋ ਇਹ ਮਨੁੱਖਤਾ ਨੂੰ ਮਨੁੱਖਤਾ ਦੇ ਰੂਪ ਵਿੱਚ ਇਹ ਵਿਵੇਕ ਹੈ, ਅੰਦਰ ਦਾ ਇਨਰ ਇੰਸਟਿੰਕਟ ਆ। ਕਈ ਵਾਰ ਬੰਦਾ ਇਸ ਲੈਵਲ 'ਤੇ ਇਤਨਾ ਕਲੀਅਰ ਨਹੀਂ ਹੁੰਦਾ। ਜਿਵੇਂ ਗੁਰਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਨਾਂ ਨੂੰ ਪੜ੍ਹਦਾ ਸਮਝਦਾ ਹੈਗਾ। ਬੀਤੇ ਕੱਲ੍ਹ ਹੀ ਸਾਡੇ ਬਹੁਤ ਸਕਾਲਰ ਮਿੱਤਰ ਹੈਗੇ ਨੇ ਐਂਡ ਹੀ ਵਾਜ਼ ਪ੍ਰੀਪੇਅਰਿੰਗ ਸਮ ਕਾਈਂਡ ਆਫ ਪ੍ਰੈਜੈਂਟੇਸ਼ਨ ਟੂ ਅਪੋਜ਼ ਐਨੀ ਕਾਈਂਡ ਆਫ ਡਿਸਕ੍ਰਿਮੀਨੇਸ਼ਨ। ਉਹਦੇ ਵਾਸਤੇ ਉਹ ਪ੍ਰੈਪਰੇਸ਼ਨ ਕਰ ਰਹੇ ਸੀਗੇ ਐਂਡ ਹੀ ਵਾਜ਼ ਆਸਕਿੰਗ ਮੀ, ਭਾਈ ਸਾਹਿਬ ਜੀ can you help me? We all know this is bad. We should not actually have very narrow minded thinking and especially ਮੇਰ ਤੇਰ, ਆ ਮੇਰਾ ਆ ਤੇਰਾ ਆ ਆਪਣਾ ਬਗਾਨਾ। ਇਹ ਜਦੋਂ ਮੇਰ ਤੇਰ ਜ਼ਿਆਦਾ ਸਿਰ ਤੇ ਚੜ੍ਹਦੀ ਬੰਦੇ ਦੇ, ਬੰਦਾ ਮੀਨ ਹੋ ਜਾਂਦਾ ਤੇ ਮੀਨ ਬਿਹੇਵੀਅਰ ਹੀ ਬੰਦੇ ਨੂੰ ਉਸ ਪਾਸੇ ਲੈ ਕੇ ਜਾਂਦਾ। ਸੋ ਹਾਊ ਕੈਨ we come out of this actually this kind of thinking? ਤੁਸੀਂ ਦੱਸ ਸਕਦੇ ਹੋ ਇਹਦੇ 'ਚੋਂ ਬਾਹਰ ਕਿਵੇਂ ਆਇਆ ਜਾ ਸਕਦਾ ਹੈਗਾ? ਅਤੇ ਮੈਂ ਜਦੋਂ ਬਾਤ ਉਹਨਾਂ ਦੀ ਸੁਣੀ ਅਤੇ ਮੈਂ ਉਹਨਾਂ ਨੂੰ ਬਾਤ ਕਹੀ, ਮੈਂ ਕਿਹਾ ਗੱਲ ਇਹ ਹੈ, ਜੇ ਤੁਸੀਂ ਲਗਾਤਾਰਤਾ ਦੇ ਨਾਲ ਇਹਨਾਂ ਉਪਦੇਸ਼ਾਂ ਨੂੰ ਪੜ੍ਹੋਗੇ, ਸੁਣੋਗੇ, ਗਾਓਗੇ, ਸਮਝੋਗੇ, ਜਿਹਦੇ 'ਚ ਮਹਾਰਾਜ ਜ਼ਿਕਰ ਕਰਦੇ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਕਿਉਂ ਨਹੀਂ ਅੰਦਰ ਦੀ ਦੁਨੀਆ ਦਾ ਅਸਰ ਹੋਏਗਾ? ਮਨ ਵਿਚਾਰਾਂ ਦਾ ਇੱਕ ਪੁਲੰਦਾ ਹੈ ਸਾਰੇ ਦਾ ਸਾਰਾ। ਜਦੋਂ ਲਗਾਤਾਰ ਇਹੋ ਜਿਹੇ ਰਾਵਾਂ ਸੁਣੀਆਂ ਜਾਣਗੀਆਂ, ਕੀਰਤਨ ਹੋਏਗਾ, ਪਾਠ ਹੋਏਗਾ, ਅੰਦਰ ਆਵਾਜ਼ ਜਾਏਗੀ, ਬੰਦਾ ਟੈਨਸ਼ਨ ਪੇ ਕਰੇਗਾ। ਜਦੋਂ ਮੂੰਹ ਬੋਲ ਰਿਹਾ, ਕੰਨ ਸੁਣ ਰਹੇ ਨੇ, ਤੇ ਮਨ ਕਿਤੇ ਕਿਤੇ ਇਨਵੋਲਵ ਹੋਏਗਾ। ਜੋ ਦੱਸਿਆ ਜਾਏਗਾ ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਉਹ ਬੰਦੇ ਇਹ ਤੇਰ ਮੇਰ ਦੇ ਚੱਕਰ 'ਚ ਕੀ ਪਿਆ ਹੈਗਾ? ਅਸੀਂ ਬਸ਼ਬਦ ਪੜ੍ਹਦੇ ਅਸ ਉਸਕਾ ਹਰਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ। ਕੀ ਮੈਂ, ਕੀ ਤੁਸੀਂ ਤੇ ਕੀ ਉਹ ਇੱਕ ਰੂਪ ਤੇ ਹੈਗੇ ਆ। ਜਦੋਂ ਇਹ ਚੀਜ਼ ਬੰਦੇ ਦੇ ਸੁਰਤ 'ਚ ਲਗਾਤਾਰ ਖੜਕੇਗੀ, ਲਗਾਤਾਰ ਉਹਨੂੰ ਟੀਚ ਕੀਤਾ ਜਾਏਗਾ, ਰੈਪੀਟੀਸ਼ਨ। ਅੱਜ ਲੋਕ ਇਹਦੇ ਉੱਤੇ ਕੰਮ ਕਰਦੇ ਨਾ, ਸਲੋਗਨ, ਪੋਲੀਟੀਕਲੀ ਸਲੋਗਨ ਵੀ ਬਣਾਉਂਦੇ, ਐਡਵਰਟਾਈਜ਼ਮੈਂਟ ਸਾਰੀ ਚੱਲਦੀ ਇਸੇ ਦੁਨੀਆ 'ਤੇ ਹੈ ਕਿ ਚੀਜ਼ਾਂ ਦੀ ਰੈਪੀਟੀਸ਼ਨ ਕਰਾਓ, ਫਟਾਫਟ ਫਟਾਫਟ ਰਿਪੀਟ ਕਰੀ ਜਾਓ, ਕਰੀ ਜਾਓ, ਕਰੀ ਜਾਓ। ਉਨੀ ਦੇਰ ਤੱਕ ਕਰੋ ਜਿੰਨੀ ਦੇਰ ਤੱਕ ਜਿਹੜਾ ਤੁਸੀਂ ਨਰੇਟਿਵ ਬਣਾ ਰਹੇ ਹੋ ਉਹ ਲੋਕਾਂ ਦੇ ਦਿਮਾਗ 'ਚ ਨਹੀਂ ਉਤਰ ਜਾਂਦਾ, ਜਿਹਨੂੰ ਪ੍ਰੋਪੇਗੈਂਡਾ ਮਸ਼ੀਨ ਵੀ ਕਿਹਾ ਜਾਂਦਾ ਸਾਰਾ ਕੁਝ। ਪਰ ਜਿਹੜੇ ਸੱਚ ਦੇ ਧਾਰਨੀ ਨੇ ਉਹ ਸੱਚ ਦੇ ਰੂਪ ਵਿੱਚ ਦੀ ਪਬਲਿਸਿਟੀ ਕਰਨ। ਜੇ ਪਬਲਿਸਿਟੀ ਬਾਹਰ ਕਰਨੀ ਫਿਰ ਪਹਿਲਾਂ ਆਪਣੇ ਆਪ ਨੂੰ ਦੱਸਣ। ਜੇ ਅਸੀਂ ਆਪ ਹੀ ਕਨਫਿਊਜ਼ ਹਾਂ ਕਿਸੇ ਚੀਜ਼ਾਂ ਦੇ ਵਿੱਚ, ਵੀ ਆਰ ਆਲ ਐਕਚੁਅਲੀ ਵੀ ਡੋਂਟ ਹੈਵ ਕਲੀਅਰ ਵਿਊਜ਼ ਇਨਸਾਈਡ ਆਵਰਸੈਲਵਸ, ਦੈਨ ਹਾਊ ਕੈਨ ਵੀ ਟੀਚ ਅਦਰਸ that this is the actually reality, we should follow this path. So it start always with ourselves. We have to pay attention. ਇਸੇ ਕਰਕੇ ਬਾਣੀ ਨੇ ਕਿਹਾ ਆਪ ਜਪੈ ਅਵਰੈ ਨਾਮ ਜਪਾਵੇ। ਇਸੇ ਕਰਕੇ ਬਾਤ ਕਹੀ ਪ੍ਰਥਮੈ ਮਨ ਪ੍ਰਬੋਧ ਹੈ, ਆਪਣੇ ਮਨ ਦਾ ਪ੍ਰਬੋਧਨ ਕਰਾ, ਇਨਵੋਲਵ ਕਰ। ਇਹ ਹੈ ਗੁਰੂ ਨਾਲ ਤੁਹਾਡੀ ਐਸੋਸੀਏਸ਼ਨ। ਗੁਰੂ ਮੀਨ ਕਾਈਂਡ ਆਫ ਸਕ੍ਰਿਪਚਰ ਨੌਲੇਜ, ਕਾਈਂਡ ਆਫ ਉਹ ਸਾਰੀ ਸੁਚੱਜਤਾ ਦਾ ਸੁਚੱਜਾ ਸੋਰਸ ਆਫ ਵਿਜ਼ਡਮ ਕਹਿ ਲਓ। ਉਹਦੇ ਕਈ ਡਿਫਰੈਂਟ ਐਵੀਨਿਊ, ਡਿਫਰੈਂਟ ਉਹਦੇ 'ਚ ਚੀਜ਼ਾਂ ਆਉਂਦੀਆਂ ਨੇ ਇੱਕ ਪੂਰੇ ਇੰਸਟੀਟਿਊਸ਼ਨ ਦੇ ਵਿੱਚ। ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਜੋੜਨਾ ਹੈਗਾ। ਇੱਥੇ ਮਹਾਰਾਜ ਨੇ ਬਿਆਨ ਕੀਤਾ ਹੈ ਕਿ ਗੁਰੂ ਧਿਆਏ। ਜਦੋਂ ਮੈਂ ਗੁਰੂ ਨੂੰ ਧਿਆ ਲਿਆ, ਧਿਆਉਣ ਦਾ ਮਤਲਬ ਪਾਠ ਪੜ੍ਹਨਾ, ਸਮਝਣਾ, ਅਪਣਾਉਣਾ ਇਕੱਲਾ ਇੰਨਾ ਨਹੀਂ, ਇਹਨੂੰ ਪੂਰੀ ਜੀਵਨ ਜਾਂਚ ਦਾ ਹਿੱਸਾ ਧਿਆ ਲਿਆ। ਮੀਨ ਮੈਂ ਅੰਦਰ ਬਾਹਰ ਉਹਦੇ ਨਾਲ ਆਪਣੇ ਆਪ ਨੂੰ ਪ੍ਰਣਾ ਲਿਆ, ਕੰਪਲੀਟ ਡਿਵੋਸ਼ਨਲ ਵੇ ਦੇ ਨਾਲ, ਡੈਡੀਕੇਸ਼ਨ ਦੇ ਨਾਲ ਉਹਨੂੰ ਮੈਂ ਸਮਰਪਿਤ ਹੋ ਕੇ ਜੀਵਨ ਜਿਹੜਾ ਹੈਗਾ ਉਹ ਜੀਣਾ ਸ਼ੁਰੂ ਕੀਤਾ। ਗੁਰੂ ਧਿਆਏ ਹਰ ਚਰਨ ਮਨ ਚੀਨੇ। ਜਿਹੜਾ ਮਨ ਸੀਗਾ ਹਰ ਚਰਨ ਮਨ ਚੀਨੇ,
ਇਹ ਹਰੀ ਦੇ ਚਰਨਾਂ ਨੂੰ ਚੀਨ ਗਿਆ। ਚੀਨਣ ਦਾ ਮਤਲਬ ਹੁੰਦਾ ਜਿਵੇਂ ਮੋਤੀ ਹੈ ਅਤੇ ਮੋਤੀ ਦੇ ਵਿੱਚੋਂ ਧਾਗਾ ਪੁਰਚ ਜਾਂਦਾ, ਚੀਣੇ ਜਾਣਾ, ਉਹਨੂੰ ਵਿੰਨ ਕੇ ਲੰਘ ਜਾਣਾ। ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਸਿੱਖੀ ਦੇ ਪਰਸਪੈਕਟਿਵ ਵਿੱਚ ਵੇਖਦੇ ਹੈਗੇ ਹਾਂ, ਕਿਤੇ ਵੀ ਕੁਝ ਗਲਤ ਹੋਏ, ਕਿਤੇ ਵੀ ਲੋੜ ਹੋਵੇ, ਸਿੱਖ ਉਹ ਆ ਜਿਹੜਾ ਉਹਦੇ ਖਿਲਾਫ ਆਵਾਜ਼ ਚੁੱਕੇ, ਲੋੜਵੰਦ ਦੀ ਬਾਂਹ ਫੜੇ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕੋਟ ਕਰਕੇ ਫਿਰ ਵਾਈਂਡ ਅਪ ਕਰਦਾ ਬਾਕੀ ਸ਼ਬਦ ਨੂੰ। ਕੁਝ ਵਰ੍ਹੇ ਪਹਿਲਾਂ ਦਿੱਲੀ ਦੇ ਵਿੱਚ ਬੱਸ ਦੇ ਅੰਦਰ ਜਬਰ ਜਿਨਾਹ ਹੋਇਆ ਇੱਕ ਬੱਚੀ ਦੇ ਨਾਲ, ਮਤਲਬ ਵਹਿਸ਼ੀਕਾਰਾ ਜਿਹਨੂੰ ਕਿਹਾ ਜਾਏ। ਉਹਨਾਂ ਦਿਨਾਂ ਦੇ ਵਿੱਚ ਇੱਕ ਬਾਲੀਵੁੱਡ ਦਾ ਫਿਲਮ ਪ੍ਰੋਡਿਊਸਰ ਜਿਹੜਾ ਹੈਗਾ ਉਹ ਸ਼ੇਖਰ ਕਪੂਰ, ਲੰਡਨ ਬੇਸਡ ਹੈ ਸ਼ਾਇਦ, ਉਹ ਉੱਥੇ ਰਹਿੰਦਾ। ਤਾਂ ਉਸਨੇ ਸੋਸ਼ਲ ਮੀਡੀਆ 'ਤੇ ਕੁਝ ਚੀਜ਼ਾਂ ਸ਼ੇਅਰ ਕੀਤੀਆਂ। ਹਾਲਾਂਕਿ ਉਸ ਸਮੇਂ ਬਹੁਤ ਇਹੋ ਜਿਹੀਆਂ ਬਹੁਤ ਕਮਾਲ ਦੀਆਂ ਗੱਲਾਂ ਵੀ ਹੋਈਆਂ। ਜਿਹੜੇ ਲੋਕ ਐਜੀਟੇਸ਼ਨ ਕਰ ਰਹੇ ਸੀਗੇ, ਮੋਮਬੱਤੀਆਂ ਬਾਲ ਰਹੇ ਸੀ, ਰੌਲਾ ਪਾ ਰਹੇ ਸੀ ਬਾਹਰ, ਉਹਨਾਂ ਲੋਕਾਂ ਨੂੰ ਕੁਝ ਦਿੱਲੀ ਦੇ ਬਜ਼ੁਰਗਾਂ ਨੇ, ਪੁਰਾਣਿਆਂ ਨੇ, ਉਹਨਾਂ ਨੇ ਸਵਾਲ ਵੀ ਪੁੱਛੇ। ਉਹਨਾਂ ਕਿਹਾ ਠੀਕ ਹੈ, ਤੁਸੀਂ ਐਜੀਟੇਸ਼ਨ ਕਰ ਰਹੇ ਹੋ, ਇੱਥੇ ਵਹਿਸ਼ੀਕਾਰਾ ਹੋਇਆ ਮਨੁੱਖਤਾ ਵਾਲਾ, ਗੈਰ ਮਨੁੱਖਤਾ ਦੇ ਖਿਲਾਫ। ਪਰ ਇੱਕ ਛੋਟੀ ਜਿਹੀ ਗੱਲ ਇਹ ਵੀ ਹੈ ਕਿ ਇੱਥੇ ਕੁਝ ਵਰ੍ਹੇ ਪਹਿਲਾਂ ਨਵੰਬਰ ਦੇ ਮਹੀਨੇ ਦੇ ਵਿੱਚ 1984 ਦੇ ਅੰਦਰ ਕਿੱਡੇ ਵੱਡੇ ਲੈਵਲ 'ਤੇ ਮੈਸਿਵ, ਜਿਹਨੂੰ ਅਸੀਂ ਜਿਹੜਾ ਹੈਗਾ ਜਿਹਨੂੰ ਕਿਹਾ ਜਾਏ ਕਿ ਸਮੂਹਕ ਤੌਰ 'ਤੇ ਇੱਥੇ ਔਰਤਾਂ ਨਾਲ ਜਬਰ ਜਨਾਹ ਹੋਏ, ਸਿੱਖ ਬੱਚੀਆਂ ਨਾਲ, ਸਿੱਖ ਬੀਬੀਆਂ ਦੇ ਨਾਲ। ਆਪਣੇ ਆਪ ਵਿੱਚ ਝਾਤ ਮਾਰ ਕੇ ਦੇਖਿਆ ਜੇ ਉਦੋਂ ਤੁਸੀਂ ਕਿੱਥੇ ਸੀਗੇ? ਜੇਕਰ ਤੁਸੀਂ, ਤੁਹਾਡੇ 'ਚੋਂ ਬਹੁਤਿਆਂ ਨੇ ਪਾਰਟੀਸਪੇਟ ਨਾ ਕੀਤਾ ਹੋਇਆ ਉਸ ਵਾਇਲੈਂਸ ਦੇ ਵਿੱਚ, ਉਹ ਸਾਰੇ ਦੇ ਵਿੱਚ, ਕਿਤੇ ਉਦੋਂ ਚੁੱਪ ਕਰਕੇ ਉਹਨਾਂ ਦਾ ਸਾਥ ਤੇ ਨਹੀਂ ਦਿੱਤਾ? ਕਿਤੇ ਅੱਜ ਵੀ ਉਹਦਾ ਸਾਥ ਉਸੇ ਰੂਪ ਵਿੱਚ ਤੇ ਨਹੀਂ ਨਿਭਾ ਰਹੇ? ਅਨਿਆਂ ਤੇ ਅਨਿਆਂ ਆ ਨਾ ਕਿਸੇ ਨਾਲ। ਹੁਣ ਜਿਹੜੀ ਆਹ ਬਾਤ ਆ, ਇਹ ਬੰਦੇ ਦੇ ਜ਼ਹਿਨ 'ਚ ਸਮਝਣੀ ਬਹੁਤ ਜ਼ਰੂਰੀ ਹੈ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਸ਼ੇਖਰ ਕਪੂਰ ਕਹਿ ਰਿਹਾ, ਲਿਖ ਰਿਹਾ ਐਕਚੁਅਲੀ ਸੋਸ਼ਲ ਮੀਡੀਆ ਦੇ ਉੱਤੇ, ਉਹ ਕਹਿੰਦਾ ਕਿ ਮੇਰੀਆਂ ਭੈਣਾਂ ਵੱਡੀਆਂ ਸੀਗੀਆਂ, ਵੱਡੀ ਫੈਮਿਲੀ ਦੇ ਵਿੱਚ ਮੈਂ ਰੇਜ਼ ਹੋਇਆ, ਅਤੇ ਸਾਡੇ ਘਰ ਦੀਆਂ ਬੱਚੀਆਂ ਜਿਹੜੀਆਂ ਸੀਗੀਆਂ ਉਹ ਦਿੱਲੀ ਪੜ੍ਹਨ ਜਾਂਦੀਆਂ ਸੀਗੀਆਂ, ਕਾਲਜਿਸ ਵਿੱਚ, ਡਿਫਰੈਂਟ ਅਦਾਰਿਆਂ 'ਚ ਜਾਂ ਬਾਹਰ ਅੰਦਰ ਕਿਸੇ ਕੰਮਕਾਰ। ਅਤੇ ਘਰੋਂ ਹੀ ਪੱਕੀ ਹਿਦਾਇਤ ਦਿੱਤੀ ਗਈ ਸੀ ਉਹਨਾਂ ਨੂੰ, ਤੁਹਾਨੂੰ ਕਿਤੇ ਦੇਰ ਸਵੇਰ ਹੋ ਜਾਏ, ਕਿਤੇ ਮੁਸ਼ਕਿਲ ਬਣ ਜਾਏ, ਤੁਸੀਂ ਨਾ ਘਬਰਾਉਣਾ ਨਹੀਂ, ਤੁਸੀਂ ਦੇਖ ਲੈਣਾ ਆਲੇ ਦੁਆਲੇ, ਜੇ ਕਿ ਤੁਹਾਨੂੰ ਕੋਈ ਮੁਸ਼ਕਿਲ ਆਵੇ, ਕੋਈ ਸਿੱਖ ਨਜ਼ਰ ਆਵੇ, ਉਹਦੇ ਕੋਲ ਭੱਜ ਜਾਓ, ਉਹਦੇ ਕੋਲ ਚਲੀਆਂ ਜਾ। ਉਹ ਆਪਣੀ ਜਾਨ 'ਤੇ ਖੇਡ ਜਾਏਗਾ, ਪਰ ਤੁਹਾਨੂੰ ਆਂਚ ਨਹੀਂ ਆਉਣ ਦੇਗਾ। ਇੱਕ ਗੈਰ ਸਿੱਖ ਇਹ ਬਾਤ ਕਹਿ ਰਿਹਾ, ਦਿੱਲੀ ਦੇ ਵਿੱਚ ਆਪਣੇ ਪਰਿਵਾਰ ਬਾਰੇ ਕਹਿੰਦਾ, ਇਹ ਮੇਰੀ ਆਪਣੀ ਫੈਮਿਲੀ ਵਿੱਚ ਬਾਤ ਹੁੰਦੀ ਸੀਗੀ। ਫਿਰ ਅੱਗੇ ਕਹਿੰਦਾ ਦਿੱਲੀ ਵਾਲਿਓ, ਮੈਂ ਤੁਹਾਡੇ ਤੋਂ ਪੁੱਛਦਾ, ਐਡਾ ਵੱਡਾ ਜਬਰ ਜਿਨਾਹ ਹੋਇਆ, ਨਿਰਦਈ ਕਾਰਾ ਹੋਇਆ, ਕਿ ਹੁਣ ਦਿੱਲੀ 'ਚ ਸਿੱਖ ਨਹੀਂ ਰਹਿ ਗਏ? ਮਤਲਬ ਇਹ ਆਪਣੇ ਆਪ ਦੇ ਵਿੱਚ ਇਹ ਬਾਤ ਕੀ ਹੈ? ਇਹ ਹੈ ਕਿ ਜਦੋਂ ਮਨੁੱਖ ਕਿਸੇ ਅਸੂਲਾਤਮਕ ਜੀਵਨ ਵਾਲੇ ਪਾਸੇ ਪੂਰੀ ਤਰ੍ਹਾਂ ਡੈਡੀਕੇਸ਼ਨ ਨਾਲ ਤੁਰਦਾ, ਮਾਫੀ ਚਾਹਾਂ, ਉਹਦੀ ਫਿਰ ਆਈਡੈਂਟਿਟੀ ਜਿਹੜੀ ਹੈ ਉਹ ਇਹੋ ਬਣ ਜਾਂਦੀ ਹੈ ਜੋ ਅਸਲ ਵਿੱਚ ਅੰਦਰੋਂ ਹੈ। ਸਿੱਖ ਦਾ ਮਤਲਬ ਮਿਹਨਤਕਸ਼ ਇਨਸਾਨ, ਸਿੱਖ ਦਾ ਮਤਲਬ ਰੱਬ ਤੇ ਭਰੋਸਾ ਕਰਨ ਵਾਲਾ, ਸਿੱਖ ਦਾ ਮਤਲਬ ਹਰ ਗੱਲ ਦੇ ਉੱਤੇ ਜੂਝਣ ਵਾਲਾ, ਜੁਝਾਰੂ। ਸਿੱਖ ਦਾ ਮਤਲਬ ਮਨੁੱਖਤਾ ਨੂੰ ਇਸ਼ਕ ਕਰਨ ਵਾਲਾ, ਪਿਆਰ ਕਰਨ ਵਾਲਾ। ਜਿਵੇਂ ਬਹੁਤੀ ਦੂਰ ਜਾਣ ਦੀ ਲੋੜ ਨਹੀਂ। ਕਿਸੇ ਨੇ ਮੈਨੂੰ ਅੱਜ ਬੀਤੇ ਕੱਲ੍ਹ ਹੀ ਭੇਜਿਆ, ਕੁਝ ਗੁਜਰਾਤੀ ਬੱਚਾ ਆਸਟ੍ਰੇਲੀਆ ਦੇ ਵਿੱਚ ਕਿਤੇ ਮੁਸ਼ਕਿਲ ਵਿੱਚ ਸੀਗਾ, ਅਤੇ ਮਾਂ ਨੂੰ ਕਾਲ ਕੀਤੀ, ਕਹਿੰਦਾ ਆਈ ਡੋਂਟ ਹੈਵ ਐਨੀ ਮਨੀ, ਆਈ ਡੋਂਟ ਹੈਵ ਐਨੀ ਸੋਰਸ, ਆਈ ਡੋਂਟ ਨੋ ਹਾਊ ਟੂ ਲਿਵ ਇਨ ਆਸਟ੍ਰੇਲੀਆ। ਬਾਅਦ 'ਚ ਉਹਨੇ ਖੁਦ ਇਹ ਚੀਜ਼ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਆਪ ਪਾਈ, ਦੱਸੀ। ਤਾਂ ਮੈਨੂੰ ਕਿਸੇ ਨੇ ਉਸ ਰੂਪ ਵਿੱਚ ਉਹ ਜਿਹੜੀ ਹੈ ਬਾਤ ਭੇਜੀ ਵੀ, ਆ ਦੇਖੋ ਭਾਈ ਸਾਹਿਬ, ਮਾਂ ਨੇ ਮੈਸੇਜ ਕੀਤਾ,
ਗੁਰਦੁਆਰਾ ਸਾਹਿਬ ਲੱਭ ਆਲੇ ਦੁਆਲੇ ਕਿੱਥੇ? ਮਦਦ ਹੋਏਗੀ ਤੇਰੀ, ਪੂਰੀ ਮਦਦ ਹੋਈ। ਇਹ ਸਾਡੇ ਵਾਸਤੇ ਇੱਕ ਤਰ੍ਹਾਂ ਦਾ, ਜਿੱਥੇ when we share it, when we read it, when we listen it, we feel proud, but at the same time it gives us kind of responsibility too. Being a Sikh, we have really universal duty over here. ਇਸੇ ਕਰ ਇਹੀ ਲੀਡਰਸ਼ਿਪ ਹੈ ਨਾ, ਇਹੀ ਸਿੱਖੀ ਦਾ ਕਨਸੈਪਟ ਹੈ। ਸੋ ਇਹ ਹੈ, ਜਦੋਂ ਬੰਦਾ ਲਗਾਤਾਰ ਗੁਰਬਾਣੀ ਨੂੰ ਪੜ੍ਹੇਗਾ, ਸਭ ਕੋ ਮੀਤ ਪਾਵਨ ਕੀਨਾ ਹਮ ਸਭਨਾ ਕੇ ਸਾਜਨ, ਫਿਰ ਪੜ੍ਹਦਿਆਂ ਜਿਹਨੂੰ ਸਾਹਿਬ ਨੇ ਇੱਥੇ ਜ਼ਿਕਰ ਕੀਤਾ ਹੈਗਾ, ਹਰ ਚਰਨ ਮਨ ਚੀਨੇ, ਕੋਈ ਚੀਜ਼ ਮਨ ਤੋਂ ਆਰ ਪਾਰ ਹੋ ਗਈ, ਮਨ ਵਿੰਨਿਆ ਗਿਆ ਉਹਦੇ ਨਾਲ, ਮਨ ਉਹਦੇ 'ਚ ਜਿਹੜਾ ਹੈਗਾ ਉਸ ਤਰ੍ਹਾਂ ਉਹਦੀ ਪੱਕੀ ਐਸੋਸੀਏਸ਼ਨ ਹੋ ਗਈ ਉਹਦੇ ਨਾਲ, ਹੁਣ ਮਨ ਉਸ ਤੋਂ ਬਾਹਰ ਜਾ ਨਹੀਂ ਸਕਦਾ। ਬੀਇੰਗ ਅਸੀਂ ਜਿਹਨੂੰ ਕਹਿੰਦੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਜਿਹੜਾ ਬ੍ਰਹਮ ਦੀ ਸੋਝੀ ਰੱਖਦਾ, ਉਹਦੇ ਲਈ ਪਰ ਉਪਕਾਰ, ਕਿਸੇ ਤੀਸਰੀ ਧਿਰ ਦਾ ਭਲਾ ਕਰਨ ਵਾਸਤੇ, ਜਿਹਦੇ ਨਾਲ ਕੋਈ ਲਾਗ ਲਬੇੜ ਨਹੀਂ, ਕੋਈ ਉਹਦੇ 'ਚ ਕੋਈ ਉਹਦਾ ਸਵਾਰਥ ਸਿੱਧ ਨਹੀਂ ਹੋਣਾ, ਉਹਦੇ ਕਲਿਆਣ ਵਾਸਤੇ, ਉਹਦੇ ਭਲੇ ਵਾਸਤੇ ਅਗਰਸਰ ਹੋਣਾ, ਉਹਨੂੰ ਉਮਾਹ ਆਉਂਦਾ, ਚਾਹ ਆਉਂਦਾ। ਇਹ ਹੈ ਕਿਸੇ ਅਸੂਲਾਂ ਬੱਧੇ ਜੀਵਨ ਨਾਲ ਪ੍ਰਣਾ ਜਾਣਾ। ਉਹਨੂੰ ਸਾਹਿਬ ਨੇ ਬਿਆਨ ਕੀਤਾ, ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤਾ ਅਸਥਿਰ ਕੀਨੇ। ਇਸ ਕਰਕੇ ਕਰਤੇ ਨੇ ਅਸਥਿਰ ਕਰ ਦਿੱਤਾ। ਲੋਕੀ ਸਵਰਗ ਨਰਕ ਦੀਆਂ ਗੱਲਾਂ ਕਰਦੇ, ਸਵਰਗ ਦਾ ਲਾਲਚ ਕਰਦੇ, ਨਰਕ ਤੋਂ ਡਰਦੇ, ਦੋਜ਼ਖ ਤੋਂ ਡਰਦੇ ਭੱਜਦੇ। ਸਿੱਖੀ 'ਚ ਦੋਵਾਂ ਨੂੰ ਕਿਆ ਲੋੜ ਹੀ ਨਹੀਂ। ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰੂ ਕੇ ਪ੍ਰਸਾਦ, ਹੂ ਕੇਅਰ ਕੀ ਸਵਰਗ ਹੈ ਕੀ ਨਰਕ ਹੈ। ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਵੌਇਸ ਆ। ਇੱਥੇ ਬਾਤ ਹੋਈ ਇਸ ਰੂਪ ਦੇ ਅੰਦਰ, ਮਹਾਰਾਜ ਬਿਆਨ ਕਰਦੇ, ਤਾਂ ਤੇ ਕਰਤਾ ਅਸਥਿਰ ਕੀਨੇ, ਉਹਨੂੰ ਅਸਥਿਰ ਕਰ ਦਿੱਤਾ, ਉਹਨੂੰ ਸਦੀਵ ਟਿਕਾਣੇ ਵਿੱਚ ਲੈ ਆਉਂਦਾ ਰਹਾ। ਸ਼ੁਰੂਆਤੀ ਪਦਾ ਇਹਦਾ ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ, ਸੰਤ ਦੀ ਕਿਰਪਾ ਦੇ ਨਾਲ। ਇੱਥੇ ਸੰਤ ਦਾ ਮਾਇਨਾ ਸੱਤ ਨਾਲ ਪ੍ਰਣਾਈ ਹੋਈ ਹਸਤੀ ਰੂਪ ਆ। ਹਕੀਕਤ ਇਹ ਹੈ, ਅਸੀਂ ਜਦੋਂ ਅਸੀਂ ਬਾਹਰੋਂ ਕਿਸੇ ਨੂੰ ਲੱਭਣ ਨਾ ਜਾਈਏ, ਬਾਣੀ ਕਹਿੰਦੀ ਆਪ ਬਣ, ਆਪਣੇ ਵਿੱਚੋਂ ਲੱਭ। ਜਦੋਂ ਉਸ ਚੀਜ਼ ਲੱਭੇਗਾ, ਨਿਸ਼ਚਲ ਕਰ ਪਾਇਆ, ਤੂੰ ਵਾਕਿਆ 'ਚ ਮਨ ਟਿਕਾਣੇ ਪਹੁੰਚ ਜਾਏਗਾ, ਟਿਕਾ ਵਿੱਚ ਆ ਜਾਏਗਾ। ਸਰਬ ਸੁਖ ਫਿਰ ਨਾ ਹੀ ਡੁਲਾਇਆ। ਸਭ ਤੋਂ ਵੱਡਾ ਸੁੱਖ ਕੀ? ਬੰਦਾ ਡੋਲੇ ਨਾ, ਦੁੱਖ ਡੋਲ ਜਾਣਾ ਹੀ ਹੈ। ਜਦੋਂ ਐਸੀ ਅਵਸਥਾ ਚਲਾ ਗਿਆ ਮਨ, ਜਿੱਥੇ ਡੋਲਣਾ ਖਤਮ ਹੋ ਗਿਆ, ਫਿਰ ਸਰਬ ਸੁਖ ਆ। ਗੁਣ ਗਾਵਤ ਅਚੁੱਤ ਵਿਨਾਸ਼ੀ, ਅਕਾਲ ਪੁਰਖ ਵਾਹਿਗੁਰੂ ਜਿਹੜਾ ਕਦੀ ਵਿਨਾਸ਼ ਹੋਣ ਵਾਲਾ ਨਹੀਂ ਗਾ, ਉਹਦਾ ਗੁਣ ਗਾਇਨ ਕਰਨਾ, ਉਹਦੀ ਸਤੁਤੀ ਵਿੱਚ ਲੱਗ ਜਾਣਾ। ਤਾਂ ਤੇ ਕਾਟੀ ਜਮ ਕੀ ਫਾਸੀ, ਤੇ ਉਹਦਾ ਗੁਣ ਗਾਉਣਾ ਹੀ ਮੇਰੀ ਫਾਹੀ ਕੱਟਣ ਦੇ ਬਰਾਬਰ ਹੈ। ਮੇਰੇ ਅੰਦਰੋਂ ਉਹਨੇ ਸਭ ਤਰ੍ਹਾਂ ਦੇ ਨਾਲ ਮੇਰੀ ਜਿਹੜੀ ਹੈ ਉਹ ਮੇਰੀ ਕਲਿਆਣ ਸਾਲਵੇਸ਼ਨ ਮੈਨੂੰ ਦੇ ਦਿੱਤੀ। ਕਰ ਕਿਰਪਾ ਲੀਨੇ ਲੜ ਲਾਏ, ਤਰਸ ਕਰਕੇ ਮੈਨੂੰ ਮਾਲਕ ਨੇ ਆਪਣੇ ਲੜ ਲਾ ਲਿਆ। ਸਦਾ ਆਨੰਦ ਨਾਨਕ ਗੁਣ ਗਾਏ, ਤੇ ਹੇ ਨਾਨਕ ਕਹਿ, ਇਹੀ ਸਦੀਵ ਕਾਲੀ ਆਨੰਦ ਅਵਸਥਾ ਹੈ। ਸਦੀਵੀ ਰੱਬ ਜੀ ਦੇ ਗੁਣਾਂ ਦੇ ਨਾਲ ਜੁੜੇ ਰਹਿਣਾ, ਗੁਣਾਤਮਕ ਪੱਖ ਤੋਂ ਗੁਣ ਗਾਈ ਜਾਣੇ। ਸਾਹਿਬ ਮਹਿਰਾਮਤ ਕਰਨ ਇਹਨਾਂ ਆਲਮੀ ਇਲਾਹੀ ਅਗੰਮੀ ਵਾਕਾਂ 'ਚੋਂ ਚੰਗੇਰੀ ਪ੍ਰੇਰਨਾ ਮਿਲੇ, ਅਸੀਂ ਗੁਰਮਤੀਏ ਬਣ ਸਕੀਏ। ਸਾਕਾਏ 1984 ਨੂੰ ਯਾਦ ਕਰਦੇ ਹਾਂ ਇੱਕ ਵਾਰ ਫਿਰ, ਸ਼ਹੀਦਾਂ ਨੂੰ ਕੋਟਾਨ ਕੋਟ ਨਮਨ ਕਰਦੇ ਹਾਂ। ਜੇ ਮੈਂ ਪਹਿਲਾਂ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਆਉਂਦੇ ਕੱਲ੍ਹ ਸਵੇਰੇ 9:30 ਵਜੇ ਭੋਗ ਪੈਣੇ ਨੇ, ਅਤੇ ਉਸ ਤੋਂ ਉਪਰੰਤ ਕੁਝ ਸਪੀਚਿਸ ਹੋਣਗੀਆਂ, ਕੁਝ ਗੁਰਮੁਖ ਸੱਜਣ ਜਿਹੜੇ ਨੇ ਪੰਥਕ ਰੂਪ ਦੇ ਵਿੱਚ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਅਤੇ ਦਿਲੀ ਅਰਦਾਸ ਹੈ, ਮਾਲਕ ਕਦੀ ਵੀ ਧਰਤੀ ਦੇ ਉੱਤੇ ਗੈਰ ਮਨੁੱਖੀ ਵਰਤਾਰਾ, ਜਿਹਨੂੰ ਅਸੀਂ ਬਚਨ ਪੜ੍ਹ ਰਹੇ ਸੀਗੇ ਨਾ, ਵੀ ਖੂਨ ਕੇ ਸੋਹਲੇ ਨਾਨਕ ਗਾਵੀਏ, ਰਕਤ ਕਾ ਕੁੰਗੂ ਪਾਏ ਵੇ ਲਾਲੋ। ਇਹ ਕੁੰਗੂ ਕੇਸਰ ਨੂੰ ਕਿਹਾ ਜਾਂਦਾ ਹੈ। ਕੇਸਰ ਦੇ ਛਿੱਟੇ ਪੈਣ ਚਾਰ ਚਪੇਰੇ, ਖੁਸ਼ਬੂਆਂ ਹੀ ਫੈਲਣ, ਖੂਨ ਨਾ ਫੈਲੇ। ਗੈਰ ਮਨੁੱਖੀ ਵਰਤਾਓ ਕਦੀ ਕਿਸੇ ਨਾਲ ਨਾ ਹੋਵੇ। ਸਿੱਖ ਦੀ ਅਰਦਾਸ ਹੈ, ਜਿਨ੍ਹਾਂ ਲੋਕਾਂ ਨੇ ਇਹ ਸਾਰੇ ਕਾਰੇ ਦੇ ਜਿਹੋ ਜਿਹਾ ਰੋਲ ਅਦਾ ਕੀਤਾ, ਉਹਨੂੰ ਫਿਰ ਮਨੁੱਖਤਾ ਸਦਾ ਤੱਕ ਯਾਦ ਕਰਦੀ ਹੈ। ਸੋ ਇਹ ਹੈ, ਜਿਹੜੇ ਲੋਕ ਉਸ ਇਤਿਹਾਸ ਦੇ ਸਵਰਨ ਰੂਪ ਦਾ ਹਿੱਸਾ ਬਣੇ, ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਜਿਹੜੇ ਡਸਟਬਿਨ ਦਾ ਹਿੱਸਾ ਬਣੇ, ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਇੰਨੀਆਂ ਕੁ ਬੇਨਤੀਆਂ ਨਾਲ ਸਮਾਪਤੀ ਇੱਥੇ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।